Hello friends, welcome to you in Hi-Fi GK Guruji channel. Today we will discuss about the second part of हड़प्पा civilization. हाँ जी फ्रेंड्स, मैं ਤੁਹਾਨੂੰ ਕੱਲ ਜਿਹੜਾ ਸੀਗਾ हड़प्पा civilization ਦਾ फस्ट पार्ट कवर करवाया सी ते अज मैं ਤੁਹਾਨੂੰ ਜਿਹੜਾ ਹੈਗਾ ਉਹਦਾ ਸੈਕੰਡ ਪਾर्ट कवर करवा रही हाँ। ਲੈਸਨ ਦੀ ਲੈਂਥ ਬਹੁਤ ਜ਼ਿਆਦਾ ਹੋ ਜਾਣੀ ਸੀ, ਇਸ ਕਰਕੇ ਮੈਂ ਇਹਨੂੰ 2 ਪਾਰਟਸ ਵਿੱਚ ਕਵਰ ਕਰਵਾਇਆ ਵਾ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਪੜ੍ਹਨਾ ਈਜ਼ੀ ਹੋ ਜਾਵੇ। ਇਹ ਜਿੰਨੇ ਵੀ ਮੈਂ ਤੁਹਾਨੂੰ ਲੈਸਨ ਪੜ੍ਹਾ ਰਹੀ ਹਾਂ ਸਾਰੇ PS ਟੈਟ ਲਈ, ਸੀ ਟੈਟ ਲਈ, ਮਾਸਟਰ ਕੇਡਰ ਲਈ, ETT ਸੈਕੰਡ ਐਗਜ਼ਾਮ ਦੇ ਲਈ, ਇਸ ਤੋਂ ਬਿਨਾਂ ਈਵਨ ਕਿ PCS ਦਾ ਜਿਹੜਾ ਐਗਜ਼ਾਮ ਆ ਰਿਹਾ ਨਾ ਉਹਦੇ ਲਈ ਵੀ ਇੰਪੋਰਟੈਂਟ ਨੇ, ਕਿਉਂਕਿ NCERT ਦੇ ਵਿੱਚੋਂ ਉਹਦੇ ਵਿੱਚ ਵੀ ਫੈਕਟ ਪੁੱਛ ਲਏ ਜਾਂਦੇ ਆ। ਤਾਂ ਆਓ ਅੱਜ ਦੇ ਇਸ ਲੈਸਨ ਨੂੰ ਸ਼ੁਰੂ ਕਰਦੇ ਹਾਂ। ਅੱਜ ਆਪਾਂ ਡਿਸਕਸ ਕਰਨਾ ਸੋਸ਼ਲ ਲਾਈਫ। सोशल मतलब कि समाजिक जीवन। एज एन अर्बन सिविलाइजेशन, अर्बन हुंदा वा शहरी या नगरी सभ्यता। इट हैड अ हाईली डेवलप्ड सोसाइटी। कहते जे एक शहरी नागरिक सभ्यता होने करके देखिए तो ये जी सी पूरी तरह एक हाईली डेवलप्ड मतलब कि पूरी तरह विकसित सभ्यता सी। वीट, वियरली, राइस, पल्सेस, फ्रूट्स, वैजीटेबल्स एंड मिल्क फॉर्मड द मेन आइटम्स ऑफ फूड। देखो हम अगे अपन उन्होंने भोजन बारे दसिया होया। वीट हो गई कणक जी आप अज के टाइम भी खाने, ठीक है। वियरली हो गई जवार, राइस चावल, पल्सेस हो गई अपनिया दालां, फ्रूट्स फल, वैजीटेबल सब्जियां एंड मिल्क हो गया दुध। देखो यही चीज़ां ने जिहड़ी सी ओह अपने भोजन पदार्थों के रूप में वरतों करते सी। नॉन वैजीटेरियन फूड वाज आलसो ईटन। ये तो बिना नॉन वैजीटेरियन भोजन जोड़ा सी भी खादा जाता सी। नॉन वैजीटेरियन में हो गया जिवें मांस हो गया, मच्छी हो गया, अंडा हो गया, मीट हो गया ना। डिस्कवरी ऑफ फिश हुक्स इंडिकेट्स दैट फिश फॉर्मड एन आइटम ऑफ डाइट। देखो हम डिस्कवरी मतलब हो गया खोज, फिश हुक्स मतलब कि जड़ियाँ मच्छियां नूं फड़न वाले कांटे सीगे, ठीक आ, वो इंडीकेट करते हैं, वो सानू दसदे आ ਜਿਹੜੇ ਕਾਂਟੇ ਮਿਲੇ ਆ ਨਾ ਖੋਜ ਦੇ ਦੌਰਾਨ ਉਹਨਾਂ ਤੋਂ ਪਤਾ ਲੱਗਦਾ ਵੀ ਉਹ ਲੋਕ ਜਿਹੜੇ ਸੀ ਆਪਣੇ ਭੋਜਨ ਦੇ ਵਿੱਚ ਆਪਣੀ ਡਾਈਟ ਦੇ ਵਿੱਚ ਮੱਛੀ ਦੀ ਵਰਤੋਂ ਵੀ ਕਰਦੇ ਸੀਗੇ। ਬੋਥ ਕਾਟਨ ਐਂਡ ਵੂਲਨ ਕਲੋਥਸ ਵਰ ਵੋਰਨ ਬਾਏ ਦਾ ਪੀਪਲ। ਫਿਰ ਲੋਕਾਂ ਦੁਆਰਾ ਜਿਹੜੇ ਹੈਗੇ ਸੀ ਕਾਟਨ ਦੇ ਐਂਡ ਵੂਲਨ ਦੇ, ਠੀਕ ਹੈ। ਜਿਵੇਂ ਆਪਾਂ ਕਹਿ ਦਈਏ ਕਾਟਨ ਹੋ ਗਿਆ ਸੂਤੀ, ਵੂਲਨ ਹੋ ਗਿਆ ਉਨੀ, ਜਿਹੜੇ ਕਲੋਥਸ ਸੀਗੇ ਉਹ ਵੋਰਨ ਯਾਨੀ ਕਿ ਪਹਿਨੇ ਜਾਂਦੇ ਸੀਗੇ। ਦ ਲੇਡੀਜ਼ ਵੋਰ ਆ ਲੌਂਗ ਸਕਰਟ ਐਂਡ ਬਲਾਊਜ਼ ਐਂਡ ਮੈਨ ਰੈਪਡ ਅ ਸ਼ਾਲ ਓਵਰ ਦੇਅਰ ਲੈਫਟ ਸ਼ੋਲਡਰ ਐਂਡ ਅੰਡਰ ਰਾਈਟ ਆਰਮ। ਦੇਖੋ ਹੁਣ ਇਹਨਾਂ ਦਾ ਪਹਿਲਾਂ ਆਪਾਂ ਪਹਿਰਾਵਾ ਦੇਖਦੇ ਹਾਂ ਕਿ ਜਿਹੜੀਆਂ ਇਸਤਰੀਆਂ ਸੀ, ਲੇਡੀਜ਼ ਸੀਗੀਆਂ, ਉਹ ਕੀ ਵੋਰ ਕਰਦੀਆਂ ਸੀ, ਕੀ ਪਹਿਨਦੀਆਂ ਸੀ। ਉਹ ਪਹਿਨਦੀਆਂ ਸੀ ਲੌਂਗ ਸਕਰਟ, ਇੱਕ ਲੰਬਾ ਆਪਾਂ ਕਹਿ ਦਈਏ ਸਕਰਟ ਦੀ ਤਰ੍ਹਾਂ ਯਾਨੀ ਕਿ ਚਾਹੇ ਘੱਗਰਾ ਕਹਿ ਦਈਏ, ਪਹਿਨਦੀਆਂ ਸੀ। ਅਤੇ ਨਾਲ ਉਹਦੇ ਕੀ ਪਹਿਨਦੀਆਂ ਸੀ ਬਲਾਊਜ਼ ਜਿਹੜਾ ਸੀ ਚੋਲੀ ਪਹਿਨਦੀਆਂ ਸੀ। ਐਂਡ ਜਿਹੜੇ ਮੈਨ ਸੀ ਬਰੈਪਟ ਹੁੰਦਾ ਕਿ ਕਿਸੇ ਚੀਜ਼ ਨੂੰ ਲਪੇਟ ਲੈਣਾ ਆਪਣੇ ਉੱਪਰ, ਹੈ ਨਾ। ਜਿਵੇਂ ਆਪਾਂ ਸ਼ਾਲ ਲੈਂਦੇ ਹਾਂ ਜਾਂ ਦੁਪੱਟਾ ਲੈਂਦੇ ਹਾਂ, ਠੀਕ ਆ, ਉਹਦੀ ਬੁੱਕਲ ਮਾਰ ਲੈਂਦੇ ਹਾਂ, ਉਹਨੂੰ ਕਹਿੰਦੇ ਆ ਬਰੈਪਟ ਆ ਸ਼ਾਲ। ਉਹਨਾਂ ਨੇ ਨਾ ਇੱਕ ਸ਼ਾਲ ਲਪੇਟੀ ਹੁੰਦੀ ਸੀ ਓਵਰ ਦੇਅਰ ਲੈਫਟ ਸ਼ੋਲਜਰ, ਜਿਹੜੀ ਮਤਲਬ ਕੀ ਸੀ ਕਿ ਉਹਨਾਂ ਦੇ ਖੱਬੇ ਮੋਢੇ ਦੇ ਤਾਂ ਉੱਪਰ ਹੁੰਦੀ ਸੀ ਐਂਡ ਅੰਡਰ ਰਾਈਟ ਆਰਮ, ਅਤੇ ਜਿਹੜੀ ਰਾਈਟ ਆਰਮ ਸੀ ਉਹਦੇ ਹੇਠਾਂ ਹੁੰਦੀ ਸੀ। ਬੋਥ ਮੈਨ ਐਂਡ ਵੂਮੈਨ वर ਫਾਊਂਡ ਆਫ ਜਵੈਲਰੀ ਐਂਡ ਅਦਰ ਫੈਸ਼ਨਸ। ਇਹ ਤੋਂ ਬਿਨਾਂ ਜਿਹੜੇ ਲੋਕ ਸੀਗੇ ਉਹਨਾਂ ਦੇ ਮਤਲਬ ਕਿ ਗਹਿਣੇ ਵੀ ਮਿਲੇ ਆ ਉੱਥੋਂ, ਠੀਕ ਹੈ। ਇਹ ਤੋਂ ਬਿਨਾਂ ਜਿਹੜੇ ਹੈਗੇ ਆ ਫੈਸ਼ਨ ਦੇ ਮਤਲਬ ਹੋਰ ਵੀ ਚੀਜ਼ਾਂ ਮਿਲੀਆਂ ਨੇ ਜਿਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਜਵੈਲਰੀ ਹੁੰਦੇ, ਗਹਿਣੇ ਮਿਲੇ ਆ ਨਾ, ਕਿ ਉਹ ਲੋਕ ਜਿਹੜੇ ਸੀਗੇ ਫੈਸ਼ਨੇਬਲ ਸੀ, ਫੈਸ਼ਨ ਦੇ ਵੀ ਸ਼ੌਕੀਨ ਸੀਗੇ ਉਹ। Rich people used gold, silver and precious stones while the poor people made their jewelry out of bone, terracotta and semi-precious beads। ਹੁਣ ਦੇਖੋ ਅੱਗੇ ਜਿਹੜੇ ਉਹਨਾਂ ਦੇ ਗਹਿਣੇ ਸੀ ਉਹ ਬਣੇ ਕਾਹਦੇ ਹੁੰਦੇ ਸੀ। ਦੇਖੋ ਜਿਹੜੇ ਅਮੀਰ ਲੋਕ ਹੁੰਦੇ ਸੀਗੇ, ਠੀਕ ਆ, ਰਿਚ ਪੀਪਲ ਹੁੰਦੇ ਸੀ, ਉਹਨਾਂ ਦੇ ਗਹਿਣੇ ਕਾਹਦੇ ਬਣੇ ਹੁੰਦੇ ਸੀਗੇ। ਦੇਖੋ ਆਪਾਂ ਨੂੰ ਦਿੱਤਾ ਹੋਇਆ ਜਾਂ ਤਾਂ ਗੋਲਡ ਦੇ, ਸੋਨੇ ਦੇ ਬਣੇ ਹੁੰਦੇ ਸੀ, ਸਿਲਵਰ ਦੇ ਜਾਂ ਚਾਂਦੀ ਦੇ ਬਣੇ ਹੁੰਦੇ ਸੀ, ਜਾਂ ਪ੍ਰੈਸ਼ੀਅਸ ਸਟੋਨ ਆਪਾਂ ਕਹਿ ਦਈਏ ਕਿ ਮਹਿੰਗੇ ਪੱਥਰਾਂ ਦੇ ਬਣੇ ਹੁੰਦੇ ਸੀਗੇ। ਇਹ ਤੋਂ ਬਿਨਾਂ ਫਿਰ ਪੂਅਰ ਪੀਪਲ ਜਿਹੜੇ ਸੀਗੇ ਉਹ ਵੀ ਸਮਾਜ ਦਾ ਹਿੱਸਾ ਸੀਗੇ, ਠੀਕ ਆ। ਜਵੈਲਰੀ ਤਾਂ ਉਹ ਵੀ ਪਾਉਂਦੇ ਸੀ, ਬਟ ਉਹ ਕਾਹਦੀ ਬਣੀ ਹੁੰਦੀ ਸੀ, ਬੂੰਦ ਜਾਂ ਤਾਂ ਉਹ ਹੱਡੀਆਂ ਤੋਂ ਬਣੀ ਹੁੰਦੀ ਸੀਗੀ ਜਾਂ ਫਿਰ ਟੈਰਾਕੋਟਾ ਤੋਂ ਬਣੀ ਹੁੰਦੀ ਸੀਗੀ, ਠੀਕ ਆ। ਟੈਰਾਕੋਟਾ ਜਿਹਨੂੰ ਆਪਾਂ ਕਹਿੰਦੇ ਹਾਂ ਪੱਕੀ ਮਿੱਟੀ ਨੂੰ ਕਿਹਾ ਜਾਂਦਾ ਸੀ ਟੈਰਾਕੋਟਾ, ਜਾਂ ਫਿਰ ਸੈਮੀ ਪਰਸੀਅਸ ਬੀਡਸ ਤੋਂ। ਇਹ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਮਿੱਟੀ ਦੇ ਬਣੇ ਹੈ ਨਾ ਮਣਕਿਆਂ ਤੋਂ ਜਿਹੜੀ ਸੀ ਬਣੇ ਹੁੰਦੇ ਸੀਗੇ। ਨੈਕਸਟ ਹੈ
ਵੂਮੈਨ ਬੋਰ ਬੈਂਗਲਸ, ਨੈਕਲੇਸ, ਈਅਰਿੰਗਸ ਐਕਸਟਰਾ। ਉਸ ਸਮੇਂ ਦੀਆਂ ਇਸਤਰੀਆਂ ਜਿਹੜੀਆਂ ਸੀਗੀਆਂ, ਦੇਖੋ ਅੱਜ ਦੀਆਂ ਇਸਤਰੀਆਂ ਦੀ ਤਰ੍ਹਾਂ ਜਿਹੜਾ ਸੀ ਆਪਣਾ ਗਹਿਣੇ ਪਹਿਨਦੀਆਂ ਸੀ, ਜਿਵੇਂ ਬੈਂਗਲਸ ਹੋ ਗਈਆਂ ਨਾ, ਚੂੜੀਆਂ ਹੋ ਗਈਆਂ, ਨੈਕਲੇਸ ਹੋ ਗਏ ਕਿ ਗਲ 'ਚ ਪਾਉਣ ਵਾਲਾ ਹਾਰ ਵਗੈਰਾ ਹੋ ਗਿਆ, ਈਅਰਿੰਗਸ ਹੋ ਗਏ, ਕੰਨਾਂ 'ਚ ਪਾਉਣ ਵਾਲੇ ਜਿਹੜੇ ਕਾਂਟੇ ਹੋ ਗਏ, ਇਹ ਸਾਰੀਆਂ ਚੀਜ਼ਾਂ ਵੀ ਉਹ ਇਸਤਰੀਆਂ ਪਹਿਨਦੀਆਂ ਸੀ। ਐਂਡ ਮੈਨ ਬੋਰ ਬ੍ਰੈਸਲੇਟਸ, ਈਅਰਿੰਗਸ ਐਂਡ ਪੈਂਡੈਂਟਸ। ਜਿਹੜੇ ਹੁਣ ਮੈਨ ਸੀਗੇ ਉਹ ਕੀ ਮਤਲਬ ਕਿੱਦਾਂ ਦੇ ਪਹਿਨਦੇ ਸੀ, ਦੇਖੋ ਪਹਿਲਾਂ ਦਿੱਤਾ ਹੋਇਆ ਬ੍ਰੈਸਲੇਟ ਮਤਲਬ ਜਿਵੇਂ ਕਹਿ ਦਈਏ ਕੜੇ ਦੀ ਤਰ੍ਹਾਂ, ਠੀਕ ਹੈ। ਉਹ ਤੋਂ ਬਾਅਦ ਆਪਾਂ ਦਿੱਤਾ ਹੋਇਆ ਵਾ ਈਅਰਿੰਗਸ, ਮਤਲਬ ਕੰਨਾਂ ਵਿੱਚ ਜਿਹੜੇ ਵੱਡੇ ਵੱਡੇ ਬਾਲੇ ਪਾ ਲੈਂਦੇ ਹੈ ਨਾ, ਜਾਂ ਬਾਲੀਆਂ ਪਾ ਲੈਂਦੇ ਉੱਦਾਂ ਦੇ। ਫਿਰ ਪੈਂਡੈਂਟ ਜਿਵੇਂ ਆਪਾਂ ਕਹਿ ਦਈਏ ਕਿ ਕੈਂਠੇ ਵਗੈਰਾ ਜਿਹੜੇ ਸੀ ਉਹ ਪਾਉਂਦੇ ਸੀਗੇ। ਵੂਮੈਨ ਡਰੈਸਡ ਦੇਅਰ ਹੇਅਰ ਇਨ ਵੇਰੀਅਸ ਬਿਊਟੀਫੁਲ ਸਟਾਈਲਸ ਐਂਡ ਯੂਜ਼ਡ ਲਿਪਸਟਿਕ, ਕਲੋਰੀਅਨ ਐਂਡ ਅਦਰ ਕੋਸਮੈਟਿਕਸ। ਇਹ ਤੋਂ ਬਿਨਾਂ ਕਹਿੰਦੇ ਜਿਹੜੀਆਂ ਇਸਤਰੀਆਂ ਸੀਗੀਆਂ ਉਹ ਆਪਣੇ ਬਾਲਾਂ ਨੂੰ ਸੁੰਦਰ ਢੰਗ ਨਾਲ ਸਵਾਰਦੀਆਂ ਸੀ। ਆਪਣੇ ਬੁੱਲ੍ਹਾਂ ਉੱਪਰ ਕੀ ਸੀਗਾ ਕਿ ਲਾਲੀ ਲਾਉਂਦੀਆਂ ਸੀ, ਲਿਪਸਟਿਕ ਲਾਉਂਦੀਆਂ ਸੀ, ਠੀਕ ਹੈ। ਅੱਖਾਂ ਵਿੱਚ ਕੀ ਸੀ, ਸੁਰਮਾ ਵੀ ਪਾ ਦਿੰਦੀਆਂ ਸੀਗੀਆਂ। ਅਤੇ ਕੋਸਮੈਟਿਕ ਦੇ ਹੋਰ ਵੀ ਕਹਿੰਦੇ ਸ਼ਿੰਗਾਰ, ਕੋਸਮੈਟਿਕ ਹੋ ਗਿਆ ਜਿਵੇਂ ਸ਼ਿੰਗਾਰ, ਅਤੇ ਕਹਿੰਦੇ ਹੋਰ ਵੀ ਸਾਧਨ ਜਿਹੜੇ ਸੀਗੇ ਮਿਲੀਆਂ ਨੇ ਚੀਜ਼ਾਂ ਉਸ ਟਾਈਮ ਦੇ ਵਿੱਚ। ਅੱਗੇ ਕੰਟੀਨਿਊ ਕਰਦੇ ਹਾਂ। Men kept beards, some were clean shaves also। ਬੀਅਰਡ ਹੁੰਦੀ ਹੈ ਦਾੜੀ, ਠੀਕ ਹੈ। ਕਹਿੰਦੇ ਕੁਝ ਮੈਨ ਤਾਂ ਇਹੋ ਜਿਹੇ ਸੀਗੇ ਜਿਹੜੇ ਕੀ ਸੀ ਦਾੜੀ ਰੱਖਦੇ ਸੀ। ਐਂਡ ਸਮ were clean shave, ਕੁਝ ਜਿਹੜੇ ਸੀਗੇ ਕਲੀਨ ਸ਼ੇਵ ਸੀਗੇ। ਸਮ ਮੈਨ ਵੋਰ ਆ ਬੈਂਡ ਅਰਾਊਂਡ ਦੇਅਰ ਹੈਡ। ਕੁਛ ਲੋਕ ਕਹਿੰਦੇ ਕੀ ਸੀ ਕਿ ਆਪਣੇ ਮੱਥੇ ਦੇ ਆਲੇ ਦੁਆਲੇ ਇੱਕ ਪੱਟੀ ਲਪੇਟਦੇ ਸੀਗੇ, ਪੱਟੀ ਬੰਨ੍ਹਦੇ ਸੀ ਸਿਰ ਦੇ ਉੱਤੇ। ਉਸ ਸਮੇਂ ਦੇ ਜਿਹੜੇ ਗਹਿਣੇ ਮਿਲੇ ਆ ਉਹਨਾਂ ਦੀ ਫੋਟੋ ਦਿੱਤੀ ਹੋਈ ਆਪਾਂ ਨੂੰ, ਜਿਹੜੇ ਮਿਊਜ਼ੀਅਮ 'ਚ ਰੱਖੇ ਹੋਏ ਆ। ਜਵੈਲਰੀ ਫਾਊਂਡ ਐਟ ਮੋਹਿੰਜੋਦੜੋ ਤੋਂ ਮਿਲੀ ਹੈ ਇਹ ਸਾਰੀ ਜਵੈਲਰੀ। ਨੈਕਸਟ ਹੈ ਪੀਪਲ ਵਰ ਫੌਂਡ ਆਫ ਬੋਥ ਇਨਡੋਰ ਐਂਡ ਆਊਟਡੋਰ ਗੇਮਸ। ਹੁਣ ਜਦੋਂ ਆਪਾਂ ਕਿਸੇ ਸਮਾਜ ਦੇ ਬਾਰੇ ਪੜ੍ਹ ਰਹੇ ਹਾਂ, ਠੀਕ ਆ, ਉਹਦੇ ਵਿੱਚ ਆਪਾਂ ਲੋਕਾਂ ਦੇ ਮਨੋਰੰਜਨ ਦੇ ਜਿਹੜੇ ਸਾਧਨ ਹੁੰਦੇ ਆ ਉਹ ਵੀ ਵਿੱਚ ਹੀ ਸ਼ਾਮਲ ਹੁੰਦੇ ਆ ਨਾ, ਸਮਾਜ ਦੇ, ਸਮਾਜਿਕ ਜੀਵਨ ਦੇ। ਦੇਖੋ ਉਹਦੇ ਵਿੱਚ ਕਹਿੰਦੇ ਕੀ ਸੀ, ਇਨਡੋਰ ਮਤਲਬ ਕਿ ਜਿਹੜੀਆਂ ਘਰ ਦੇ ਅੰਦਰ ਹੈ ਕਿ ਖੇਡਣ ਵਾਲੀਆਂ ਗੇਮਾਂ, ਐਂਡ ਆਊਟਡੋਰ ਗੇਮਸ ਹੋ ਗਿਆ ਕਿ ਜਿਹੜੀਆਂ ਘਰ ਦੇ ਬਾਹਰ ਜਾ ਕੇ ਖੇਡਣ ਵਾਲੀਆਂ ਗੇਮਾਂ। ਦੋਨਾਂ ਤਰ੍ਹਾਂ ਦੀਆਂ ਗੇਮਸ ਜਿਹੜੀਆਂ ਸੀ ਉਸ ਟਾਈਮ ਵਿੱਚ ਖੇਡੀਆਂ ਜਾਂਦੀਆਂ ਸੀਗੀਆਂ। ਡਾਂਸਿੰਗ, ਪਲੇਇੰਗ ਆਫ ਡਾਈਸ ਐਂਡ ਚੈਸ, ਹੰਟਿੰਗ, ਰੇਸਿੰਗ ਐਕਸਟਰਾ। ਫਿਰ ਆਪਾਂ ਨੂੰ ਗੇਮਸ ਦੇ ਨਾਮ ਦਿੱਤੇ ਹੋਏ ਆ। ਦੇਖੋ ਪਹਿਲਾਂ ਕੀਤਾ ਹੋਇਆ ਡਾਂਸਿੰਗ, ਜਿਵੇਂ ਨੱਚਣਾ ਹੋ ਗਿਆ, ਠੀਕ ਹੈ। ਪਲੇਇੰਗ ਆਫ ਡਾਈਸ ਮਤਲਬ ਜਿਵੇਂ ਜੂਆ ਖੇਡਣਾ ਹੋ ਗਿਆ। ਐਂਡ ਚੈਸ ਜਿਹੜਾ ਹੋ ਗਿਆ ਇਹ ਇੱਕ ਤਰ੍ਹਾਂ ਦਾ ਸ਼ਤਰੰਜ ਵਰਗਾ ਜਿਹੜਾ ਹੁੰਦਾ ਖੇਲ ਹੁੰਦਾ, ਜਿਹਨੂੰ ਚੌਪਟ ਕਹਿ ਦਿੰਦੇ ਆ। ਹੰਟਿੰਗ ਹੋ ਗਿਆ, ਸ਼ਿਕਾਰ ਕਰਨਾ ਹੋ ਗਿਆ, ਠੀਕ ਆ। ਰੇਸਿੰਗ ਹੋ ਗਿਆ ਮਤਲਬ ਕਿ ਦੌੜ ਵਗੈਰਾ। ਇਹ ਉਹਨਾਂ ਦੇ ਮਨੋਰੰਜਨ ਦੇ ਸਾਧਨ ਸੀ। ਪਰ ਫੇਵਰੇਟ ਪਾਸ ਟਾਈਮ, ਠੀਕ ਆ, ਟਾਈਮ ਪਾਸ ਕਰਨ ਦੇ ਜਾਂ ਉਹਨਾਂ ਦੇ ਹਰਮਨ ਪਿਆਰੇ ਆਪਾਂ ਕਹਿ ਦਈਏ ਇਹ ਸਾਧਨ ਸੀਗੇ ਮਨੋਰੰਜਨ ਦੇ। ਦੇ ਆਲਸੋ ਮੇਡ ਟੋਇਜ਼ ਲਾਈਕ ਐਨੀਮਲ ਫਿਗਰਸ, ਕਾਰਸ ਐਂਡ ਅਦਰ ਥਿੰਗਸ ਆਫ ਟੈਰਾਕੋਟਾ। ਇਹ ਤੋਂ ਬਿਨਾਂ ਕੀ ਸੀ ਕਿ ਉਹ ਜਿਹੜੀ ਟੈਰਾਕੋਟਾ ਮਤਲਬ ਪੱਕੀ ਮਿੱਟੀ ਨੂੰ ਕਿਹਾ ਜਾਂਦਾ ਵਾ, ਉਹ ਤੋਂ ਕਈ ਤਰ੍ਹਾਂ ਦੇ ਹੈ ਨਾ ਟੋਇਜ਼ ਮਤਲਬ ਕਿ ਖਿਡੌਣੇ ਬਣਾ ਲੈਂਦੇ ਸੀ ਬੱਚਿਆਂ ਲਈ। ਫਿਰ ਐਨੀਮਲਸ ਦੀਆਂ ਫਿਗਰਸ ਬਣਾ ਲੈਂਦੇ ਸੀ, ਐਨੀਮਲਸ ਦੀਆਂ ਮਤਲਬ ਜਿਵੇਂ ਕਹਿ ਦਈਏ ਮੂਰਤੀ ਟਾਈਪ ਬਣਾ ਲੈਂਦੇ ਸੀਗੇ। ਇਹ ਤੋਂ ਬਿਨਾਂ ਕਾਰਸ ਬਣਾ ਲੈਂਦੇ ਸੀਗੇ, ਜਿਵੇਂ ਬੈਲ ਗੱਡੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਕਾਰਸ ਕਿਹਾ ਜਾਂਦਾ ਵਾ। ਐਂਡ ਹੋਰ ਵੀ ਚੀਜ਼ਾਂ ਬਣਾਉਂਦੇ ਸੀਗੇ, ਠੀਕ ਹੈ। ਇਹ ਤਾਂ ਸੀਗਾ ਉਹਨਾਂ ਦਾ ਸਮਾਜਿਕ ਜੀਵਨ। ਸਮਾਜਿਕ ਜੀਵਨ ਵਿੱਚ ਆਪਾਂ ਪੜ੍ਹਿਆ ਕਿ ਉਹ ਕਿੱਦਾਂ ਦਾ ਖਾਣਾ ਖਾਂਦੇ ਸੀ, ਕਿੱਦਾਂ ਦੇ ਕੱਪੜੇ ਪਹਿਨਦੇ ਸੀਗੇ, ਠੀਕ ਆ, ਕਿੱਦਾਂ ਦਾ ਹਾਰ ਸ਼ਿੰਗਾਰ ਕਰਦੇ ਸੀਗੇ, ਇਸਤਰੀਆਂ ਕੀ ਕੀ ਮੇਕਅਪ ਕਰਦੀਆਂ ਸੀਗੀਆਂ। ਫਿਰ ਉਹਨਾਂ ਦੇ ਮਨੋਰੰਜਨ ਦੇ ਸਾਧਨ। ਇਹ ਤੋਂ ਬਿਨਾਂ ਕਿ ਆਪਾਂ ਉਹਨਾਂ ਦੇ ਬੱਚਿਆਂ ਦੇ ਖਿਡੌਣਿਆਂ ਬਾਰੇ ਵੀ ਪੜ੍ਹ ਲਿਆ ਹੈਗਾ ਵਾ ਸੋਸ਼ਲ ਲਾਈਫ ਦੇ ਵਿੱਚ। ਹੁਣ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਦੇਅਰ ਇਕਨੋਮਿਕ ਲਾਈਫ। ਦੇਖੋ ਕਿਸੇ ਵੀ ਸਮਾਜ ਆ ਜਿਹੜਾ ਉਹਨੂੰ ਚਲਾਉਣ ਲਈ ਕੀ ਹੈ ਕਿ ਪੈਸੇ ਦੀ, ਮਨੀ ਦੀ ਤਾਂ ਹਰੇਕ ਨੂੰ ਜ਼ਰੂਰਤ ਹੁੰਦੀ ਹੈ ਨਾ। ਇਸੇ ਤਰ੍ਹਾਂ ਹੁਣ ਉਹਨਾਂ ਲੋਕਾਂ ਵੀ ਜਿਹੜੇ ਸੀਗੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਮਨੀ ਦੀ ਜ਼ਰੂਰਤ ਸੀਗੀ, ਠੀਕ ਆ। ਅਤੇ ਆਪਣੇ ਪੈਸੇ ਦੀ ਲੋੜ ਲਈ ਉਹਨਾਂ ਦੀ ਇਕਨੋਮਿਕ ਲਾਈਫ ਜਿਹੜੀ ਕਿੱਦਾਂ ਦੀ ਸੀ, ਕਿੱਦਾਂ ਉਹ ਵਰਕ ਕਰਦੇ ਸੀ, ਕਿੱਦਾਂ ਪੈਸੇ ਕਮਾਉਂਦੇ ਸੀ, ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਐਗਰੀਕਲਚਰ ਐਂਡ ਕੈਟਲ ਰੇਅਰਿੰਗ ਅਪੀਅਰ ਟੂ ਬੀ ਦਾ ਮੇਨ ਪ੍ਰੋਫੈਸ਼ਨ ਆਫ ਪੀਪਲ। ਐਗਰੀਕਲਚਰ ਦੇਖੋ ਕੀ ਹੋ ਗਿਆ, ਖੇਤੀਬਾੜੀ ਹੋ ਗਈ, ਠੀਕ ਆ। ਕੈਟਲ ਜਿਹੜਾ ਹੈਗਾ ਰੇਅਰਿੰਗ ਹੋ ਗਈਆਂ, ਪਸ਼ੂ ਜਿਹੜੇ ਹੈਗੇ ਨਾ ਪਾਲਣਾ, ਪਸ਼ੂ ਪਾਲਣ ਨੂੰ ਕਹਿੰਦੇ ਆ ਕੈਟਲ ਰੇਅਰਿੰਗ। ਐਂਡ ਐਗਰੀਕਲਚਰ ਹੋ ਗਈ ਆਪਣੀ ਖੇਤੀਬਾੜੀ। ਇਹ ਦੋਨੇ ਪ੍ਰੋਫੈਸ਼ਨ ਜਿਹੜੇ ਸੀਗੇ ਉਹਨਾਂ ਦੇ ਕਿੱਤੇ ਸੀ, ਪ੍ਰੋਫੈਸ਼ਨ ਹੁੰਦੇ ਆ ਕਿੱਤੇ। ਵੇਰੀਅਸ ਗ੍ਰੇਨਸ, ਵੈਜੀਟੇਬਲਸ ਐਂਡ ਕੋਟਨ ਵਰ ਗਰੋਨ।
ਤੇ ਉਸ ਟਾਈਮ ਵਿੱਚ ਕਹਿੰਦੇ ਅਲੱਗ-ਅਲੱਗ ਤਰ੍ਹਾਂ ਦੇ ਗ੍ਰੇਨਸ, ਜਿਵੇਂ ਆਪਾਂ ਕਹਿ ਦਈਏ ਕਿ ਅਨਾਜ ਹੋ ਗਏ, ਠੀਕ ਹੈ। ਇਹ ਤੋਂ ਬਿਨਾਂ ਵੈਜੀਟੇਬਲ ਹੋ ਗਈਆਂ, ਸਬਜ਼ੀਆਂ ਐਂਡ ਕੋਟਨ ਜਿਹੜੀ ਕਪਾਹ ਵਾ, ਇਹ ਜਿਹੜੇ ਸੀ ਗਰੋਨ ਕੀਤੇ ਜਾਂਦੇ ਸੀ, ਉਗਾਏ ਜਾਂਦੇ ਸੀਗੇ। ਦ ਰਿਮੇਨਸ ਆਫ ਪਲੌਕ ਫੀਲਡਸ ਫਰੋਮ ਕਾਲੀਬੰਗਨ ਇੰਡੀਕੇਟਡ ਦੈਟ ਦ ਮੈਥਡ ਆਫ ਐਗਰੀਕਲਚਰ ਵਾਜ ਮੱਚ ਲਾਈਕ ਦੈਟ ਆਫ ਮੋਡਰਨ ਟਾਈਮ। ਕਹਿੰਦੇ ਕਾਲੀਬੰਗਾ ਦੀ ਨਾਂ ਦੀ ਜਿਹੜੀ ਸਥਾਨ ਆ, ਉੱਥੋਂ ਕੀ ਆ ਕਿ ਵਾਹੇ ਹੋਏ ਖੇਤਾਂ ਦੇ ਆਪਾਂ ਨੂੰ ਪ੍ਰਨਾਮ ਮਿਲਿਆ, ਜਿਹ ਤੋਂ ਕੀ ਪਤਾ ਲੱਗਦਾ ਕਿ ਉਸ ਸਮੇਂ ਵਿੱਚ ਵੀ ਜਿਹੜਾ ਖੇਤੀਬਾੜੀ ਦਾ ਢੰਗ ਆ ਉਹ ਮਾਡਰਨ ਟਾਈਮ ਵਰਗਾ, ਯਾਨੀ ਕਿ ਅੱਜ ਦੇ ਟਾਈਮ ਵਰਗਾ ਹੀ ਸੀਗਾ। ਸ਼ੀਪ ਜਿਹੜੀ ਭੇਡ ਹੁੰਦੀ ਆ, ਗੋਟ ਬੱਕਰੀ, ਬੁੱਲ ਬੈਲ, ਬਫਲੋ ਮੱਝ, ਕੈਮਲ ਊਠ, ਐਲੀਫੈਂਟ ਹਾਥੀ, ਹਾਰਸ ਘੋੜਾ ਐਂਡ ਡੌਗ ਕੁੱਤਾ ਵਰ ਡੋਮੈਸਟਿਕ, ਆਪਾਂ ਜਿਵੇਂ ਕਹਿ ਦਈਏ ਨਾ ਡੋਮੈਸਟੀਕੇਟਡ ਐਨੀਮਲਸ, ਜਿਵੇਂ ਹੁਣ ਆਪਾਂ ਘਰਾਂ ਵਿੱਚ ਰੱਖਦੇ ਹਾਂ, ਇਹ ਉਹਨਾਂ ਦੇ ਡੋਮੈਸਟਿਕ ਐਨੀਮਲਸ ਸੀਗੇ, ਮਤਲਬ ਉਹਨਾਂ ਦੁਆਰਾ ਪਾਲੇ ਜਾਂਦੇ ਪਾਲਤੂ ਜਾਨਵਰ ਸੀਗੇ। ਕਿਹੜੇ ਕਿਹੜੇ? ਜਿਵੇਂ ਭੇਡਾਂ ਹੋ ਗਈਆਂ, ਬੱਕਰੀਆਂ ਹੋ ਗਈਆਂ, ਬਲਦ ਹੋ ਗਏ, ਮੱਝਾਂ ਹੋ ਗਈਆਂ ਨਾ, ਊਠ ਹੋ ਗਏ, ਹਾਥੀ ਹੋ ਗਏ, ਘੋੜੇ ਹੋ ਗਏ ਅਤੇ ਕੁੱਤੇ ਹੋ ਗਏ, ਉਹਨਾਂ ਦੁਆਰਾ ਇਹ ਪਾਲੇ ਜਾਂਦੇ ਸੀਗੇ ਉਸ ਟਾਈਮ ਦੇ ਵਿੱਚ। ਅੱਗੇ ਕੰਟੀਨਿਊ ਕਰਦੇ ਹਾਂ। Swell articles of daily requirement like pottery, household goods of copper and other material such as spindle, wheels, needles, fish hooks, weights, jewelry of gold, silver and stones, terracotta articles, weapons like axes, daggers, spears and many other things were manufactured। ਦੇਖੋ ਉਸ ਟਾਈਮ ਦੇ ਵਿੱਚ ਹੁਣ ਕਹਿੰਦੇ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ, ਸਭ ਤੋਂ ਪਹਿਲਾਂ ਆ ਗਿਆ ਕਿ ਡੇਲੀ ਯੂਜ਼ ਹੋਣ ਵਾਲੀਆਂ, ਠੀਕ ਆ, ਸਵੈਲ ਆਰਟੀਕਲਸ ਆਫ ਡੇਲੀ ਰਿਕਰੂਟਮੈਂਟ, ਲਾਈਕ ਜਿਵੇਂ ਹੋ ਗਿਆ ਪੋਟਰੀ ਹੋ ਗਿਆ, ਭਾਂਡੇ ਹੋ ਗਏ, ਠੀਕ ਆ, ਹਾਊਸ ਹੋਲਡ ਗੁੱਡਸ ਮਤਲਬ ਹੋ ਗਈਆਂ ਕਿ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਆਫ ਕਾਪਰ ਜਿਹੜੀਆਂ ਤਾਂਬੇ ਤੋਂ ਬਣੀਆਂ ਹੁੰਦੀਆਂ ਸੀ, ਐਂਡ ਅਦਰ ਮਟੀਰੀਅਲ ਸੱਚ ਐਜ ਸਪਿੰਡਲ ਵੋਲਸ, ਮਤਲਬ ਆਪਾਂ ਜਿਵੇਂ ਕਹਿ ਦਈਏ ਸਪਿੰਡਲ ਵੋਲਸ ਹੋ ਗਿਆ, ਤਕਲੇ ਹੁੰਦੇ ਆ ਜਿਹੜੇ ਤਕਲੇ, ਠੀਕ ਆ, ਨੀਡਲਸ ਹੋ ਗਈਆਂ, ਸੂਈਆਂ ਹੋ ਗਈਆਂ, ਫਿਸ਼ ਹੁੱਕ ਹੋ ਗਿਆ, ਮੱਛੀਆਂ ਫੜਨ ਵਾਲੇ ਕਾਂਟੇ ਹੋ ਗਏ, ਠੀਕ ਹੈ, ਵੇਟਸ ਕੀ ਹੋ ਗਿਆ, ਆਪਣਾ ਜਿਹੜਾ ਤੋਲਣ ਵਾਲੀ ਤੱਕੜੀ ਹੁੰਦੀ ਆ, ਜਵੈਲਰੀ ਆਫ ਗੋਲਡ, ਹੁਣ ਸੋਨੇ ਦੇ ਜਿਹੜੇ ਸੀ ਗਹਿਣੇ ਬਣੇ ਹੁੰਦੇ ਸੀ, ਸਿਲਵਰ ਐਂਡ ਸਟੋਨ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਗਹਿਣੇ ਬਣਾਉਣ ਦੇ ਲਈ, ਐਂਡ ਟੈਰਾਕੋਟਾ ਆਰਟੀਕਲਸ ਵੀ ਜਿਹੜੇ ਸੀਗੇ ਯੂਜ਼ ਹੁੰਦੇ ਸੀ, ਜਿਵੇਂ ਇਹਦੇ ਵਿੱਚ ਅੱਗੇ ਹਥਿਆਰ ਦਿੱਤੇ ਉਹਨਾਂ ਦੇ, ਠੀਕ ਆ, ਮਿੱਟੀ ਦੀਆਂ ਵਸਤੂਆਂ ਹਥਿਆਰ ਬੜੇ ਹੁੰਦੇ ਸੀਗੇ, ਵੇਪਨਸ ਲਾਈਕ ਐਕਸ ਹੋ ਗਿਆ, ਕੁਹਾੜੀ ਹੋ ਗਈ, ਠੀਕ ਆ, ਡੈਗਰਸ ਕੀ ਹੋ ਗਿਆ, ਬਰਸ਼ੇ ਹੋ ਗਏ, ਸਪੇਅਰਸ ਹੋ ਗਏ ਭਾਲੇ, ਐਂਡ ਆਪਾਂ ਕਹਿ ਦਈਏ ਕਿ ਮੈਨੀ ਅਦਰ ਥਿੰਗਸ, ਹੋਰ ਵੀ ਜਿਹੜੀਆਂ ਚੀਜ਼ਾਂ ਸੀ ਉਹ ਬਣਾਈਆਂ ਜਾਂਦੀਆਂ ਸੀ। ਨੈਕਸਟ ਹੈ trade was carried on within the country and also with foreign land like ਮੈਸਾਪੋਟਾਮੀਆ। ਕਹਿੰਦੇ ਇਹ ਤੋਂ ਬਿਨਾਂ ਉਹ ਲੋਕ ਜਿਹੜੇ ਸੀ ਵਪਾਰ ਵੀ ਕਰਦੇ ਸੀਗੇ ਵਿਦੇਸ਼ਾਂ ਦੇ ਨਾਲ, ਅਤੇ ਕਿਹੜੇ ਦੇਸ਼ ਨਾਲ ਇੱਥੇ ਨਾਮ ਦਿੱਤਾ ਗਿਆ ਆਪਾਂ ਨੂੰ? ਮੈਸੋਪੋਟਾਮੀਆ ਦਾ ਨਾਮ ਦਿੱਤਾ ਗਿਆ ਵਾ, ਕਿ ਉਹਦੇ ਨਾਲ ਵੀ ਇਹ ਵਪਾਰ ਕੀਤਾ ਜਾਂਦਾ ਸੀ ਉਸ ਸਮੇਂ ਵਿੱਚ। ਸਮ ਸੀਲਸ ਮੇਡ ਆਫ ਸਟਾਈਟ ਐਂਡ ਟੈਰਾਕੋਟਾ have been discovered that have the picture of boats and ships on them। ਦੇਖੋ ਕਹਿੰਦੇ ਕੁਛ ਨਾ ਮੁਦਰਾਵਾਂ ਮਿਲੀਆਂ ਨੇ, ਕੁਛ ਤਾਂ ਪੱਕੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ, ਠੀਕ ਆ, ਕੁਛ ਸੀ ਟਾਈਟ ਮਤਲਬ ਕਿ ਆਪਾਂ ਜਿਵੇਂ ਕਹਿੰਦੇ ਚਿਕਨੇ ਪੱਥਰ ਦੀਆਂ ਬਣੀਆਂ ਹੋਈਆਂ ਨੇ, ਜਿਹਦੇ ਉੱਪਰ ਕਿਹਦੀਆਂ ਫੋਟੋਆਂ ਨੇ? ਬੋਟਸ, ਕਿਸ਼ਤੀਆਂ ਦੀਆਂ ਜਾਂ ਜਹਾਜ਼ਾਂ ਦੀਆਂ, ਜਿਹੜੇ ਪਾਣੀ ਵਾਲੇ ਜਹਾਜ਼ ਹੁੰਦੇ ਆ, ਸ਼ਿਪ ਹੁੰਦੇ ਆ, ਉਹਨਾਂ ਦੀਆਂ, ਠੀਕ ਆ। ਇਹ ਜਿਹੜੀਆਂ ਮੋਹਰਾਂ ਨੇ ਇਹ ਮਿਲੀਆਂ ਨੇ ਮੈਸਾਪੋਟਾਮੀਆ ਦੇ ਵਿੱਚੋਂ, ਜਿੱਥੋਂ ਕੀ ਆ ਕਿ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਦਾ ਉਹਦੇ ਨਾਲ ਵਪਾਰ ਸੀਗਾ ਹੜੱਪਾ ਸੱਭਿਅਤਾ ਦਾ। ਨੈਕਸਟ ਆਪਾਂ ਨੂੰ ਪੁੱਛਿਆ ਜਾਂਦਾ ਕਿ ਵਾਜ਼ ਦਾ ਆਇਰਨ ਯੂਜ਼ਡ ਦਾ ਸਿਟੀਜ਼ ਆਫ ਹੜੱਪਾ ਸਿਵਲਾਈਜੇਸ਼ਨ। ਇਹਦਾ ਆਨਸਰ ਹੈਗਾ ਨੋ, ਕਿਉਂਕਿ ਜਿਹੜੇ ਹੜੱਪਾ ਲੋਕ ਸੀ ਉਹਨਾਂ ਨੂੰ ਲੋਹੇ ਦੀ ਜਾਣਕਾਰੀ ਨਹੀਂ ਸੀ। ਹਾਂਜੀ, ਨੈਕਸਟ ਹੈ ਰਿਲੀਜਨ, ਕਿ ਉਹਨਾਂ ਦਾ ਜਿਹੜਾ ਧਰਮ ਸੀਗਾ, ਧਾਰਮਿਕ ਜੀਵਨ ਕਿਹੋ ਜਿਹਾ ਸੀ, ਜਾਂ ਕਿਸ ਧਰਮ ਨੂੰ ਜਿਹੜੇ ਸੀਗੇ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਮੰਨਦੇ ਸੀ, ਕਿਹੜੇ ਦੇਵੀ ਦੇਵਤਿਆਂ ਦੀ ਉਹ ਪੂਜਾ ਕਰਦੇ ਸੀ, ਇਹਦੇ ਵਿੱਚ ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ। ਦ ਫੀਮੇਲ ਟੇਰਾਕੋਟ ਫਿਗਰੈਂਸ
discovered from various sites of the Indus civilization indicates that the people worship mother goddess। ਕਹਿੰਦੇ ਦੇਖੋ ਜੋ ਸਿੱਧੂ ਘਾਟੀ ਸੱਭਿਅਤਾ ਦੀ ਜਿਹੜੀ ਡਿਸਕਵਰਡ ਹੋਈ ਆ, ਖੋਜ ਹੋਈ ਆ, ਠੀਕ ਹੈ, ਤਾਂ ਫਿਗਰਸ ਆਪਾਂ ਕਹਿੰਦੇ ਜਿਵੇਂ ਮੂਰਤੀਆਂ ਮਿਲੀਆਂ ਨੇ ਟੈਰਾਕੋਟਾ ਦੀਆਂ ਬਣੀਆਂ, ਬਟ ਕਿਹਦੀਆਂ ਸੀ ਉਹ? ਫੀਮੇਲਸ ਦੀਆਂ, ਠੀਕ ਹੈ, ਵੋਮੈਨ ਦੀਆਂ, ਜਿਵੇਂ ਆਪਾਂ ਕਹਿ ਦਈਏ, ਜਾਂ ਇਸਤਰੀਆਂ ਦੀਆਂ ਮੂਰਤੀਆਂ ਮਿਲੀਆਂ ਨੇ, ਜਿਹਦੇ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ, ਇੰਡੀਕੇਟ ਕੀਤਾ ਜਾਂਦਾ ਕਿ ਜਿਹੜੇ ਪੀਪਲ ਸੀ ਕਿਹਦੀ ਪੂਜਾ ਕਰਦੇ ਸੀ? ਮਦਰ ਆਫ ਗੋਡੈਸ, ਜਾਣੀ ਕਿ ਮਾਤ ਦੇਵੀ ਦੀ ਪੂਜਾ ਕਰਦੇ ਸੀ ਉਹ ਲੋਕ। ਦੇਖੋ ਇੱਕ ਮੂਰਤੀ ਜਿਹੜੀ ਉਸ ਟਾਈਮ ਵਿੱਚ ਮਿਲੀ ਆ, ਇਹਨੂੰ ਮੰਨਿਆ ਜਾਂਦਾ ਵੀ ਇਹ ਮਦਰ ਗੋਡੈਸ ਫਾਊਂਡ ਐਟ ਮਹਿੰਜੋਦੜੋ ਤੋਂ ਇਹ ਮੂਰਤੀ ਮਿਲੀ ਆ। Some seals wearing the pictures of a yogi like man in meditation and surrounded by various animals have been found। ਇਹ ਤੋਂ ਬਿਨਾਂ ਕੀ ਆ ਕਿ ਇੱਕ ਜੋਗੀ ਮੁਦਰਾ ਵਿੱਚ ਬੈਠੇ ਆਦਮੀ ਦੀ ਮੂਰਤੀ ਮਿਲੀ ਹੈ, ਜਿਹੜਾ ਕੀ ਆ? ਮੈਡੀਟੇਸ਼ਨ ਕਰ ਰਿਹਾ, ਕਿ ਮਤਲਬ ਯੋਗ ਮੁਦਰਾ ਵਿੱਚ, ਕੀ ਧਿਆਨ ਦੀ ਮੁਦਰਾ ਵਿੱਚ ਬੈਠਾ ਹੋਇਆ, ਧਿਆਨ ਲਗਾ ਕੇ, ਠੀਕ ਆ, ਪਰਮਾਤਮਾ ਵਿੱਚ। ਸਰਾਊਂਡਡ ਬਾਏ ਮਤਲਬ ਕਿ ਆਲੇ ਦੁਆਲੇ ਤੋਂ ਘਿਰਿਆ ਹੋਇਆ, ਕਿਹਦੇ ਨਾਲ? ਐਨੀਮਲਸ ਦੇ ਨਾਲ। ਹੀ ਇਜ਼ ਨੇਮਡ ਪਸ਼ੂਪਤੀ, ਅਤੇ ਉਹਨੂੰ ਪਸ਼ੂਪਤੀ ਦਾ ਨਾਮ ਦਿੱਤਾ ਗਿਆ। ਦੈਟ ਇਜ਼ ਐਨ ਅਦਰ ਨੇਮ ਆਫ ਗੋਡ ਸ਼ਿਵਾ। ਅਤੇ ਜਿਹੜਾ ਪਸ਼ੂਪਤੀ ਆ ਇਹ ਆਪਣਾ ਜਿਹੜਾ ਸ਼ਿਵ ਮਤਲਬ ਹੈਗੇ ਨੇ ਸ਼ਿਵ ਦੇਵਤੇ ਆ, ਉਹਨਾਂ ਨੂੰ ਕਿਹਾ ਜਾਂਦਾ ਵਾ, ਠੀਕ ਹੈ। ਸ਼ਿਵ ਵਾ ਜਿਹੜਾ, ਉਹਨੂੰ ਪਸ਼ੂਪਤੀ ਦਾ ਨਾਮ ਵੀ ਦਿੱਤਾ ਗਿਆ ਵਾ, ਅਤੇ ਮੰਨਿਆ ਜਾਂਦਾ ਵੀ ਇਹ ਪਸ਼ੂਪਤੀ ਸ਼ਿਵ ਦੀ ਪੂਜਾ ਕਰਦੇ ਸੀਗੇ। ਹੀ ਵਾਜ ਆਲਸੋ ਵਰਸ਼ਿਪਡ ਇਨ ਦ ਫੋਰਮ ਆਫ ਸ਼ਿਵਲਿੰਗਾ। ਅਤੇ ਇਹ ਤੋਂ ਬਿਨਾਂ ਕਹਿੰਦੇ ਇਹ ਵੀ ਮੰਨਿਆ ਜਾਂਦਾ ਕਿ ਜਿਹੜੇ ਇਹ ਲੋਕ ਨੇ ਇਹ ਸ਼ਿਵਲਿੰਗ ਦੇ ਰੂਪ ਵਿੱਚ ਵੀ ਸ਼ਿਵ ਦੀ ਪੂਜਾ ਕਰਦੇ ਸੀਗੇ। ਦ ਪਿਕਚਰ ਆਫ ਵਲ ਫਾਊਂਡ ਔਨ ਸਮ ਸੀਲਸ ਇੰਡੀਕੇਟਸ ਦੈਟ ਇਟ ਟੂ ਵਾਜ ਵਰਸ਼ਿਪਡ। ਫਿਰ ਕਹਿੰਦੇ ਕਈ ਜਿਹੜੇ ਸੀਲਸ ਪ੍ਰਾਪਤ ਹੋਈਆਂ ਨੇ, ਇਹਨਾਂ ਦੀਆਂ ਮੋਹਰਾਂ ਪ੍ਰਾਪਤ ਹੋਈਆਂ ਨੇ, ਠੀਕ ਹੈ, ਉਹਦੇ ਉੱਪਰੋਂ ਕਿਹਦੀ ਜਿਹੜੀ ਹੈਗੀ ਆ ਫੋਟੋ ਮਿਲੀ ਆਪਾਂ ਨੂੰ? ਬੈਲ ਦੀ ਫੋਟੋ ਮਿਲੀ ਆ, ਠੀਕ ਆ, ਮੁਦਰਾਵਾਂ ਦੇ ਉੱਤੇ, ਅਤੇ ਜਿਹ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਇਹ ਲੋਕ ਉਹਨੂੰ ਵੀ ਵਰਸ਼ਿਪ ਕਰਦੇ ਸੀ, ਉਹਦੀ ਵੀ ਪੂਜਾ ਕਰਦੇ ਸੀਗੇ। ਨੈਕਸਟ ਹੈ ਟਰੀ ਵਰਸ਼ਿਪ ਵਾਜ ਆਲਸੋ ਪਾਪੂਲਰ, ਕਿ ਜਿਹੜੇ ਦਰਖਤ ਉਹਨਾਂ ਦੀ ਪੂਜਾ ਕਰਨੀ ਵੀ ਬਹੁਤ ਪਾਪੂਲਰ ਸੀ, ਬਹੁਤ ਮਸ਼ਹੂਰ ਸੀ, ਫੇਮਸ ਸੀ। ਐਂਡ ਦਾ ਪੀਪਲ ਟਰੀ ਵਾਜ ਕੰਸਾਈਡਰਡ ਸੈਕਰਡ। ਸੈਕਰਡ ਹੁੰਦਾ ਵਾ ਪਵਿੱਤਰ, ਅਤੇ ਕਹਿੰਦੇ ਪਵਿੱਤਰ ਕਿਹੜੇ ਦਰਖਤ ਨੂੰ ਮੰਨਿਆ ਜਾਂਦਾ ਸੀ? ਪਿੱਪਲ ਦੇ ਦਰਖਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ, ਅਤੇ ਉਹਦੀ ਪੂਜਾ ਕੀਤੀ ਜਾਂਦੀ ਸੀਗੀ। ਪਸ਼ੂਆਂ ਦੇ ਵਿੱਚੋਂ ਬੈਲ ਦੀ ਪੂਜਾ ਕੀਤੀ ਜਾਂਦੀ ਸੀਗੀ। ਅੱਗੇ ਹੈ ਆਰਟ ਐਂਡ ਨੌਲੇਜ ਆਫ ਰਾਈਟਿੰਗ, ਕਿ ਉਹਨਾਂ ਨੂੰ ਕਲਾ ਐਂਡ ਲਿਪੀ ਦਾ ਜਿਹੜਾ ਸੀ ਗਿਆਨ ਸੀਗਾ। ਵੇਰੀਅਸ ਟਾਈਪਸ ਆਫ ਆਰਟ ਵਾਰ ਹਾਈਲੀ ਡਿਵੈਲਪਡ ਡਿਊਰਿੰਗ ਦਿਸ ਪੀਰੀਅਡ। ਕਹਿੰਦੇ ਇਸ ਜਿਹੜਾ ਟਾਈਮ ਦੇ ਵਿੱਚ ਕਈ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਲਾਵਾਂ ਸੀਗੀਆਂ ਉਹ ਵਿਕਸਿਤ ਹੋਈਆਂ ਸੀਗੀਆਂ, ਡਿਵੈਲਪ ਹੋਈਆਂ ਸੀ, ਜਾਣੀ ਕਿ ਟੋਇਜ਼ ਮੇਡ ਆਫ ਟੈਰਾਕੋਟਾ ਐਂਡ ਸਟੈਚੂਜ਼ ਆਫ ਸਟੋਨ ਐਂਡ ਮੈਟਲ ਹੈਵ ਬੀਨ ਫਾਊਂਡ। ਕਹਿੰਦੇ ਜਿਹੜੇ ਟੋਇਜ਼ ਆ ਹੈ ਨਾ, ਉਹ ਟੈਰਾਕੋਟਾ ਮਤਲਬ ਪੱਕੀ ਮਿੱਟੀ ਦੇ ਬਣੇ ਹੋਏ ਆ ਖਿਡੌਣੇ ਆ ਜਿਹੜੇ, ਅਤੇ ਇਹ ਤੋਂ ਬਿਨਾਂ ਜਿਹੜੇ ਸਟੈਚੂਜ਼ ਮਿਲੇ ਆ, ਮੂਰਤੀਆਂ ਬਣੀਆਂ, ਉਹ ਜ਼ਿਆਦਾਤਰ ਕਾਹਦੀਆਂ ਬਣੀਆਂ ਹੋਈਆਂ? ਸਟੋਨਸ, ਜਾਣੀ ਕਿ ਜਾਂ ਤਾਂ ਪੱਥਰ ਦੀਆਂ ਬਣੀਆਂ ਹੋਈਆਂ ਨੇ, ਜਾਂ ਫਿਰ ਮੈਟਲ ਆਪਾਂ ਕਹਿ ਦਈਏ ਕਿ ਧਾਤ ਦੀਆਂ ਬਣੀਆਂ ਹੋਈਆਂ ਨੇ ਮੂਰਤੀਆਂ ਜਿਹੜੀਆਂ ਮਿਲੀਆਂ ਨੇ। ਆ ਬਰੋਜਨ ਸਟੈਚੂ ਆਫ ਆ ਡਾਂਸਿੰਗ ਗਰਲ ਡਿਸਕਵਰਡ ਫਰੋਮ ਮਹਿੰਜੋਦੜੋ ਇਜ਼ ਵੈਰੀ ਬਿਊਟੀਫੁਲ। ਕਹਿੰਦੇ ਮਹਿੰਜੋਦੜੋ ਤੋਂ ਡਾਂਸ ਕਰਦੀ ਇੱਕ ਲੜਕੀ ਦਾ ਜਿਹੜਾ ਕਾਂਸੇ ਦੀ ਮੂਰਤੀ ਮਿਲੀ ਹੈ, ਜਿਹੜੀ ਬਹੁਤ ਸੁੰਦਰ ਆ, ਠੀਕ ਹੈ। ਬਰੋਜਨ ਜਿਹੜੀ ਹੈਗੀ ਆ ਕਾਂਸਾ ਧਾਤ ਦਾ ਨਾਮ ਆ। A stone head of a priest of some chief with beard and a headband and a male torso that had movable limbs are other good example। ਇਹ ਤੋਂ ਬਿਨਾਂ ਕਹਿੰਦੇ ਇੱਕ ਹੋਰ ਚੀਜ਼ ਮਿਲੀ ਹੈ, ਠੀਕ ਹੈ, ਇੱਕ ਪੁਜਾਰੀ ਅਤੇ ਇੱਕ ਜਾਂ ਕਿਸੇ ਰਾਜੇ ਦਾ ਕਹਿੰਦੇ ਪੱਥਰ ਦਾ ਬਣਿਆ ਹੋਇਆ ਇੱਕ ਸਿਰ ਮਿਲਿਆ, ਜਿਹਦੇ ਉੱਪਰ ਕੀ ਆ? ਉਹਦੀ ਦਾੜੀ ਵਿਖਾਈ ਗਈ ਆ, ਠੀਕ ਆ, ਅਤੇ ਸਿਰ ਦੇ ਉੱਪਰ ਕੀ ਆ? ਇੱਕ ਪੱਟੀ ਬੰਨੀ ਹੋਈ ਆ, ਠੀਕ ਹੈ। ਨਾਲ ਹੀ ਨਾਲ ਕਹਿੰਦੇ ਕੀ ਆ ਕਿ ਇੱਕ ਮਰਦ ਦਾ ਧੜ ਦਿੱਤਾ ਹੋਇਆ, ਜਿਹਦੇ ਹੱਥ ਪੈਰ ਕੀ ਆ? ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਚੱਲ ਫਿਰ ਸਕਦੇ ਸਨ। ਇਹਨਾਂ ਸਾਰੀਆਂ ਚੀਜ਼ਾਂ ਤੋਂ ਮਤਲਬ ਇਹ ਅੰਦਾਜ਼ਾ ਲਗਾਇਆ ਜਾਂਦਾ ਕਿ ਉਸ ਸਮੇਂ ਦੀ ਜਿਹੜੀ ਕਲਾ ਸੀਗੀ ਪੂਰੀ ਵਧੀਆ ਸੀਗੀ, ਵਧੀਆ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਇਹ ਕਲਾ ਦੀਆਂ। ਕਾਰਸ ਦੈਟ ਕੁਡ ਬੀ ਪੁਲਡ ਵਿਦ ਦਾ ਸਟਰਿੰਗ, ਮੌਂਕੀ ਦੈਟ ਕੁਡ climb or crawl down on a stick and other such toys were made in large number। ਹੁਣ ਦੇਖੋ ਕੀ ਕਹਿੰਦੇ ਆ ਕਿ ਪਹਿਲਾਂ ਤਾਂ ਕੀ ਆ ਕਿ ਕਾਰਸ ਮਿਲੇ, ਮਤਲਬ ਕਿ
बैल गड्डियां ने ਜਿਹੜੀਆਂ ठीक है मिट्टी ਦੀਆਂ ਬਣੀਆਂ ਉਹ ਮਿਲੀਆਂ ਹੋਈਆਂ ਨੇ। ਤੇ ਜਿਹੜੀਆਂ ਕੀ ਆ ਕਿ ਸੋਟੀ ਦੇ ਨਾਲ ਇਹਨਾਂ ਨੂੰ ਉੱਪਰ ਹੇਠਾਂ ਕੀਤਾ ਜਾਣ ਵਾਲਾ ਇੱਕ ਕੀ ਮਿਲਿਆ, ਇੱਕ ਬਾਂਦਰ ਦੀ ਉਹ ਮਿਲੀ ਆ, ਖਿਡੌਣੇ ਦੇ ਰੂਪ ਵਿੱਚ ਬਣੀ ਹੋਈ ਪ੍ਰਤਿਮਾ ਮਿਲੀ ਹੈ ਨਾ, ਮੂਰਤੀ ਬਣੀ ਆ। ਬਹੁਤ ਗਿਣਤੀ ਵਿੱਚ ਪ੍ਰਾਪਤ ਹੋਈਆਂ ਨੇ ਖਿਡੌਣੇ ਤੇ ਮੂਰਤੀਆਂ ਨੇ ਜਿਹੜੀਆਂ ਉਸ ਟਾਈਮ ਦੇ ਵਿੱਚ। ਜਿਹੜਾ ਕੀ ਕਹਿੰਦੇ ਡੰਡੇ ਤੇ ਕਲਾਈਂਬ ਤੇ ਕਰਾਉਲ ਦੋਨੇ ਕਰਦਾ, ਜਦੋਂ ਮਤਲਬ ਉਹਨੂੰ ਡੰਡੇ ਨੂੰ ਉੱਪਰ ਹੇਠਾਂ ਕਰਦੇ ਆ, ਨਾਲ ਹੀ ਨਾਲ ਉਹ ਬਾਂਦਰ ਆ ਜਿਹੜਾ ਉਹ ਵੀ ਜੇ ਹੈਗਾ ਡਾਂਸਿੰਗ ਕਰਦਾ ਇੱਕ ਤਰ੍ਹਾਂ ਨਾਲ, ਉੱਪਰ ਹੇਠਾਂ ਜੰਪ ਕਰਦਾ। ਅੱਗੇ ਮੂਰਤੀਆਂ ਦਿਖਾਈਆਂ ਗਈਆਂ ਨੇ ਆਪਾਂ ਨੂੰ, ਡਾਂਸਿੰਗ ਗਰਲ ਦੀ ਮੂਰਤੀ ਆ ਤੇ ਇੱਕ ਆ ਉਹ ਜਿਹੜਾ ਹੈਗਾ ਜੋਗੀ ਦੀ ਮੂਰਤੀ ਆ ਜਿਹੜੀ ਮਿਲੀ ਆ ਉਸ ਟਾਈਮ ਦੇ ਵਿੱਚ। ਦੇਖੋ ਆ ਬਰੋਜਨ ਸਟੈਚੂ ਆਫ ਡਾਂਸਿੰਗ ਗਰਲ ਫਾਊਂਡ ਐਟ ਮਹਿੰਜੋਦੜੋ ਤੋਂ ਮਿਲਿਆ ਐਂਡ ਐਟ ਆ ਸਟੋਨ ਹੈਡ ਆਫ ਆ ਪ੍ਰੀਸਟ ਵਾਲੀ ਮੂਰਤੀ ਜਿਹੜੀ ਕਿੱਥੋਂ ਮਿਲੀ ਆ, ਇਹ ਹੜੱਪਾ ਤੋਂ ਮਿਲੀ ਆ ਮੇ ਬੀ। A very special features of this culture was seals। ਕਹਿੰਦੇ ਇਸ ਕਲਚਰ ਦੀ ਸਭ ਤੋਂ ਜੇ ਮਹਾਨ ਵਿਸ਼ੇਸ਼ਤਾ ਦੇਖੀ ਜਾਵੇ ਤਾਂ ਉਹ ਕੀ ਨੇ, ਸੀਲ ਨੇ, ਇਸ ਦੀਆਂ ਮੁਦਰਾਵਾਂ ਨੇ। ਮੇਡ ਅਪ ਆਫ ਆ ਸੌਫਟ ਸਟੋਨ ਕਾਲਡ ਸਿਟਾਈਟ। ਕਹਿੰਦੇ ਇਹਨਾਂ ਦੀ ਵਿਸ਼ੇਸ਼ਤਾ ਕੀ ਹੈ ਕਿ ਇਹ ਨਰਮ ਪੱਥਰ ਤੋਂ ਬਣੀਆਂ ਹੋਈਆਂ ਨੇ, ਠੀਕ ਹੈ। ਤੇ ਇਹਨਾਂ ਨੂੰ ਸਿਟਾਈਟ ਮਤਲਬ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਸੈਲ ਖੜੀ ਦੀਆਂ ਬਣੀਆਂ ਹੋਈਆਂ ਨੇ, ਠੀਕ ਹੈ। ਸੈਲ ਖੜੀ ਦੀਆਂ ਬਣੀਆਂ ਹੋਈਆਂ ਨੇ ਇਹ ਮੁਦਰਾਵਾਂ। ਦੇ ਡਿਪੈਕਟ ਵੇਰੀਅਸ ਐਨੀਮਲਸ ਲਾਈਕ ਹੰਪਡ ਐਲੀਫੈਂਟ, ਯੂਨੀਕੋਰਨ, ਵਿਜ਼ਨ ਐਕਸਟਰਾ। ਇਹਦੇ ਉੱਪਰ ਕਹਿੰਦੇ ਹੁਣ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਉਹਨਾਂ ਦੇ ਚਿੱਤਰ ਬਣੇ ਹੁੰਦੇ ਆ। ਦੇਖੋ ਹੰਪ ਪਤਾ ਕੀ ਹੁੰਦਾ, ਇੱਕ ਬੈਲ ਹੁੰਦਾ ਜਿਹੜਾ, ਦੇਖੋ ਬੈਲ ਦੀ ਢੂਈ ਦੇ ਉੱਪਰ ਇੱਦਾਂ ਦਾ ਕੁੱਬ ਬਣਿਆ ਹੁੰਦਾ ਨਾ, ਜਿਹੜਾ ਉਹਨੂੰ ਹੰਪ ਕਿਹਾ ਜਾਂਦਾ ਵਾ, ਠੀਕ ਹੈ। ਕੁੱਬ ਵਾਲਾ ਬੈਲ ਹੋ ਗਿਆ, ਐਲੀਫੈਂਟ ਹਾਥੀ ਹੋ ਗਿਆ, ਐਂਡ ਜਿਹੜਾ ਆਪਣਾ ਯੂਨੀਕੋਰਨ ਆ ਉਹ ਕੀ ਆ, ਇੱਕ ਸਿੰਗ ਵਾਲਾ ਪਸ਼ੂ ਆ ਜਿਹੜਾ। ਬੀਸਨ ਜਿਹੜਾ ਹੋ ਗਿਆ ਆਪਾਂ ਜੇ ਸਾਂਢ ਕਹਿ ਦਈਏ, ਠੀਕ ਆ। ਇਹਨਾਂ ਜਿਹੜੇ ਪਸ਼ੂ ਆ ਇਹਨਾਂ ਦੇ ਚਿੱਤਰ ਮਿਲੇ ਆ ਔਨ ਦੈਮ, ਉਹਨਾਂ ਮੁਦਰਾਵਾਂ ਦੇ ਉੱਤੇ। ਸਮ ਸੀਲਸ ਹੈਵ ਦਾ ਪਿਕਚਰਸ ਆਫ ਪਸ਼ੂਪਤੀ ਸ਼ਿਵਾ ਐਂਡ ਅਦਰ ਸ਼ੋ ਆ ਪੀਪਲ ਟਰੀ ਔਨ ਦੈਮ। ਕਈਆਂ ਦੇ ਉੱਪਰ ਕਹਿੰਦੇ ਪਸ਼ੂਪਤੀ ਸ਼ਿਵ ਦੇ ਜਿਹੜੀ ਚਿੱਤਰ ਮਿਲੇ ਆ ਤੇ ਕਈਆਂ ਦੇ ਉੱਪਰ ਪਿੱਪਲ ਦੇ ਦਰਖਤ ਦੇ ਚਿੱਤਰ ਮਿਲੇ ਆ। ਅੱਗੇ ਆਪਾਂ ਨੂੰ ਫਿਗਰ ਦਿੱਤੀ ਹੈ ਤੇ ਲਿਖਿਆ ਹੋਇਆ ਨਾ ਆ ਸੀਲ ਆਫ ਪਸ਼ੂਪਤੀ ਸ਼ਿਵਾ। ਦੇਖੋ ਇਹਦੇ ਵਿੱਚੋਂ ਕਹਿੰਦੇ ਪਸ਼ੂਪਤੀ ਸ਼ਿਵਾ ਜਿਹੜੇ ਅਸੀਲ ਦੇ ਉੱਪਰ ਉਹਨਾਂ ਦੀ ਫੋਟੋ ਆ, ਧਿਆਨ ਨਾਲ ਦਿਖਾਉਂਦੀ ਆ। ਇਹ ਦੇਖੋ ਇਸ ਤਰ੍ਹਾਂ ਇੰਨੇ ਪਲੇਸ ਵਿੱਚ ਇੱਕ ਪਰਸਨ ਬੈਠਾ ਹੋਇਆ ਨਾ, ਜਿੱਦਾਂ ਇੱਕ ਰਾਜੇ ਦੀ ਤਰ੍ਹਾਂ, ਹੈ ਨਾ। ਆਹ ਉਹਦੇ ਸਿਰ 'ਤੇ ਮੁਕਟ ਬਣਿਆ ਹੋਇਆ ਇੱਦਾਂ ਦਾ। ਆਹ ਉਹਦੇ ਸਾਈਡ 'ਤੇ ਸਾਰੇ ਪਸ਼ੂਆਂ ਦੀਆਂ ਫੋਟੋਆਂ ਨੇ ਜਿਨ੍ਹਾਂ ਦੇ ਨਾਮ ਲਿਖੇ ਹੋਏ ਆ, ਪਿੱਪਲ ਦੇ ਦਰਖਤ ਦੀ ਵੀ ਬਣੀ ਹੋਈ ਆ, ਠੀਕ ਹੈ। ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਸੀਲ ਮਿਲੀ ਆ ਉਸ ਟਾਈਮ ਦੇ ਵਿੱਚ। Some inscriptions are engraved on the top of these seals in pictographic script। ਕਹਿੰਦੇ ਇਸ ਟਾਈਮ ਦੇ ਵਿੱਚ ਜਿਹੜੇ ਵੀ ਮਤਲਬ ਇਹ ਮੁਦਰਾਵਾਂ ਦੇ ਉੱਪਰ ਚਿੱਤਰ ਮਿਲੇ ਆ, ਇਹਨਾਂ ਵਿੱਚ ਲਿਪੀ ਵਿੱਚ ਲੇਖ ਵੀ ਲਿਖਿਆ ਗਿਆ ਵਾ। ਇਹ ਜਿਹੜੀ ਲਿਪੀ ਆ ਨਾ, ਬਟ ਇਹਨੂੰ ਕੀ ਆ ਕਿ ਪੜ੍ਹਿਆ ਨਹੀਂ ਜਾ ਸਕਦਾ ਨਾ। This script has not been read so far but it indicates that the Harappa people had knowledge of ਰਾਈਟਿੰਗ, ਠੀਕ ਆ। ਪਿਕਟੋਗ੍ਰਾਫੀ ਕਿ ਮਤਲਬ ਇੱਦਾਂ ਤਰ੍ਹਾਂ ਦੀ ਲਿਪੀ ਵੀ ਜਿਹੜੀ ਉਹਨਾਂ ਦੀ ਮਿਲਦੀ ਆ, ਉਹਨੂੰ ਪੜ੍ਹਿਆ ਨਹੀਂ ਜਾ ਸਕਦਾ ਹੈਗਾ, ਠੀਕ ਆ। ਪਰ ਉਹ ਲਿਪੀ ਦੇ ਕੇ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਵੀ ਜਿਹੜੀ ਸਿੱਧੂ ਘਾਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਲਿਖਣ ਦੀ ਕਲਾ ਬਾਰੇ ਵੀ ਜਾਣਕਾਰੀ ਸੀਗੀ, ਠੀਕ ਹੈ। ਅੱਗੇ ਜਿਹੜਾ ਹੈਗਾ ਕੰਟੀਨਿਊ ਕਰਦੇ ਹਾਂ। ਡਿਕਲਾਈਨ ਆਫ ਦਾ ਇੰਡਸ ਸਿਵਲਾਈਜੇਸ਼ਨ। ਹੁਣ ਜਿਹੜੀ ਸਿੱਧੂ ਘਾਟੀ ਦੀ ਜਾਂ ਹੜੱਪਾ ਦੀ ਸੱਭਿਅਤਾ ਵਾ ਉਹ ਕਿੱਦਾਂ ਡਿਕਲਾਈਨ ਹੋਈ ਆ, ਕਿੱਦਾਂ ਉਹਦਾ ਡਿਕਲਾਈਨ ਦਾ ਮਤਲਬ ਹੁੰਦਾ ਵਾ ਕਿਸੇ ਚੀਜ਼ ਦਾ ਪਤਨ ਹੋਣਾ, ਠੀਕ ਹੈ। ਕਿੱਦਾਂ ਉਹਦਾ ਪਤਨ ਹੋਇਆ ਵਾ। ਐਟ ਵਨ ਟਾਈਮ scholars believes that the Indus civilization had come to an end due to the invasions of Aryans from foreign lands। ਦੇਖੋ ਕਹਿੰਦੇ ਕੁਛ ਵਿਦਵਾਨਾਂ ਦਾ ਵਿਚਾਰ ਇਹ ਆ ਵੀ ਸਿੰਧੂ ਘਾਟੀ ਦੇ ਲੋਕਾਂ ਦਾ ਜਿਹੜਾ ਪਤਨ ਹੋਇਆ ਕਿਹਦੇ ਹਮਲਿਆਂ ਨਾਲ ਹੋਇਆ ਵਾ। ਇਨਵੇਸ਼ਨ ਹੁੰਦਾ ਹਮਲੇ ਕਿਹਦੇ, ਆਰੀਅਨਸ ਲੋਕਾਂ ਦੇ ਹਮਲਿਆਂ ਦੇ ਨਾਲ, ਠੀਕ ਹੈ, ਵਿਦੇਸ਼ੀ ਆਰੀਆ ਦੇ ਹਮਲਿਆਂ ਦੇ ਨਾਲ ਜਿਹਨੂੰ ਆਪਾਂ ਕਹਿ ਦਈਏ। ਬਟ ਦਿਸ ਵਿਊ ਹੈਜ਼ ਨੋ ਐਵੀਡੈਂਸ ਟੂ ਸਪੋਰਟ ਐਂਡ ਇਜ਼ ਨਾਓ ਡਿਸਕ੍ਰੈਡਿਟਡ। ਕਹਿੰਦੇ ਇਹ ਜਿਹੜਾ
ਇਹ ਜਿਹੜਾ ਮਤਲਬ ਵਿਦਵਾਨਾਂ ਨੇ ਕਿਹਾ ਗਿਆ ਨਾ, ਇਹਦਾ ਕੋਈ ਸਬੂਤ ਨਹੀਂ ਮਿਲਿਆ, ਇਸ ਕਰਕੇ ਇਹ ਵਿਚਾਰਾ ਜਿਹੜਾ ਇਹਨੂੰ ਡਿਸਕ੍ਰੈਡਿਟ ਕਰਤਾ, ਮਤਲਬ ਤਿਆਗ ਦਿੱਤਾ। ਡਿਸਕ੍ਰੈਡਿਟ ਹੁੰਦਾ ਕਿਸੇ ਚੀਜ਼ ਨੂੰ ਤਿਆਗ ਦੇਣਾ। ਇਟ ਇਜ਼ ਪੋਸੀਬਲ that continuous flooded in the Indus and its tributaries were one of the causes of its decline। ਕਹਿੰਦੇ ਕਈ ਵਿਦਵਾਨ ਇਹ ਮੰਨਦੇ ਆ ਵੀ ਉਸ ਸਮੇਂ ਕੀ ਸੀ ਕਿ ਜਿਹੜੀ ਸਿੰਧ ਨਦੀ ਸੀ ਜਾਂ ਉਹਦੀਆਂ ਹੋਰ ਸਹਾਇਕ ਨਦੀਆਂ ਸੀ ਉਹਨਾਂ ਵਿੱਚ ਲਗਾਤਾਰ ਹੜ੍ਹ ਆਉਣ ਲੱਗ ਗਿਆ ਸੀ, ਜਿਹਦੇ ਕਰਕੇ ਸੱਭਿਅਤਾ ਦਾ ਡਿਕਲਾਈਨ ਹੋ ਗਈ, ਪਤਨ ਹੋ ਗਿਆ। It seems that drying up of river Saraswati about 1900 BC also forced people to this region to migrate eastward to the Gangetic Plains। ਕਹਿੰਦੇ ਫਿਰ ਇਹ ਵੀ ਕਿਹਾ ਜਾਂਦਾ ਵੀ ਜਿਹੜੀ ਸਰਸਵਤੀ ਨਦੀ ਜਿਹੜੀ ਸੀਗੀ ਹੈ ਨਾ 1900 BC ਦੇ ਲਗਭਗ ਉਹ ਬਿਲਕੁਲ ਸੁੱਕ ਗਈ ਸੀ, ਤਾਂ ਕਰਕੇ ਜਿਹੜੇ ਉੱਥੋਂ ਦੇ ਲੋਕ ਸੀ ਉਹ ਮਾਈਗਰੇਟ ਹੋ ਗਏ ਸੀ। ਮਤਲਬ ਮਾਈਗਰੇਟ ਦਾ ਮਤਲਬ ਹੁੰਦਾ ਕਿ ਇੱਕ ਥਾਂ ਛੱਡ ਕੇ ਦੂਜੀ ਥਾਂ 'ਤੇ ਚਲੇ ਜਾਣਾ, ਅਤੇ ਉਹ ਲੋਕ ਜਿਹੜੇ ਸੀ ਮਾਈਗਰੇਟ ਹੋ ਕੇ ਕਿੱਥੇ ਚਲੇ ਗਏ ਸੀ, ਗੰਗਾ ਦੇ ਮੈਦਾਨਾਂ ਵਿੱਚ ਚਲੇ ਗਏ ਸੀ। We find that about 1500 BC this civilization came to an end। ਅਤੇ ਸਾਨੂੰ ਇਹੀ ਪਤਾ ਲੱਗਦਾ ਵਾ ਕਿ 1500 ਜਿਹੜੀ ਈਸਵੀ ਪੂਰਬ ਦੇ ਲਗਭਗ ਇਹ ਸੱਭਿਅਤਾ ਵਾ ਜਿਹੜੀ ਬਿਲਕੁਲ ਖ਼ਤਮ ਹੋ ਚੁੱਕੀ ਸੀ, ਇਹਦਾ ਬਿਲਕੁਲ ਪਤਨ ਹੋ ਚੁੱਕਾ ਸੀਗਾ। ਹਾਂਜੀ, ਇਹਦੇ ਵਿੱਚੋਂ ਯਾਦ ਰੱਖਣ ਵਾਲੀਆਂ ਚੀਜ਼ਾਂ ਇਹ ਨੇ ਕਿ ਕਿਹੜੀ ਸਥਾਨ ਦੀ ਖੋਜ ਕਦੋਂ ਹੋਈ ਹੈ, ਠੀਕ ਆ, ਕਿਸ ਪਰਸਨ ਨੇ ਉਹਦੀ ਖੋਜ ਕੀਤੀ ਆ, ਅਤੇ ਉੱਥੋਂ ਕੀ ਕੀ ਜਿਹੜਾ ਹੈਗਾ ਸਮਾਨ ਮਿਲਿਆ ਹੈ, ਮੂਰਤੀਆਂ ਮਿਲੀਆਂ ਨੇ ਜਿਹੜੀਆਂ, ਕਾਂਸੇ ਦੀ ਮੂਰਤੀ ਕਿੱਥੋਂ ਮਿਲੀ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਨ ਫੈਕਟ ਆ, ਇਹ ਯਾਦ ਰੱਖਣ ਵਾਲੇ ਆ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਲਰਨ ਕਰ ਲੈਣਾ। ਅੱਗੇ ਪੁਆਇੰਟ ਟੂ ਰਿਮੈਂਬਰ ਵੀ ਮੈਂ ਤੁਹਾਨੂੰ ਪੜ੍ਹਾ ਦਿੰਦੀ ਹਾਂ। ਆਲ ਦਾ ਅਰਲੀਐਸਟ ਸਿਵਲਾਈਜੇਸ਼ਨ ਆਫ ਦਾ ਵਰਲਡ ਫਲੋਰੈਸਟ ਔਨ ਦਾ ਬੈਂਕ ਆਫ ਦਾ ਰਿਵਰ। ਕਿ ਸਾਰੀਆਂ ਜਿਹੜੀਆਂ ਮੁੱਢਲੀਆਂ ਸੱਭਿਅਤਾਵਾਂ ਦਾ ਜਨਮ ਕਿੱਥੇ ਹੋਇਆ, ਨਦੀਆਂ ਦੇ ਕੰਢਿਆਂ 'ਤੇ ਪ੍ਰਫੁੱਲਿਤ ਹੋਈਆਂ ਨੇ, ਉੱਥੇ ਹੀ ਜਿਹੜੀਆਂ ਹੈਗੀਆਂ ਨੇ ਸਥਾਪਿਤ ਹੋਈਆਂ ਸੀ। ਦਾ ਓਲਡੈਸਟ ਸਿਵਲਾਈਜੇਸ਼ਨ ਇਨ ਇੰਡੀਆ ਫਲੋਰੈਸਟ ਔਨ ਦਾ ਬੈਂਕ ਆਫ ਇੰਡਸ ਵੈਲੀ ਵਿਚ ਇਜ਼ ਕਾਲਡ ਇੰਡਸ ਵੈਲੀ ਸਿਵਲਾਈਜੇਸ਼ਨ। ਕਹਿੰਦੇ ਭਾਰਤ ਦੀ ਸਭ ਤੋਂ ਪੁਰਾਣੀ ਸੱਭਿਅਤਾ ਕਿਹੜੀ ਨਦੀ ਦੇ ਕੰਢੇ 'ਤੇ ਵਿੱਚ ਜਿਹੜੀ ਸੀ ਫਲੋਰੈਂਸ ਹੋਈ ਸੀ, ਵਿਕਸਿਤ ਹੋਈ ਸੀ, ਉਹ ਹੋਈ ਸੀ ਇੰਡਸ ਵੈਲੀ ਦੀ, ਠੀਕ ਹੈ, ਸਿੱਧੂ ਘਾਟੀ ਸੱਭਿਅਤਾ ਵਿੱਚ, ਅਤੇ ਤਾਂ ਹੀ ਕਰਕੇ ਇਹਦਾ ਨਾਮ ਜਿਹੜਾ ਵਾ ਇੰਡਸ ਵੈਲੀ ਸਿਵਲਾਈਜੇਸ਼ਨ ਪੈ ਗਿਆ। ਅੱਗੇ ਹੈ ਮਹਿੰਜੋਦੜੋ, ਹਰੱਪਾ, ਲੋਥਲ, ਕਾਲੀਬੰਗਾ ਐਕਸਟਰਾ ਇੰਪੋਰਟੈਂਟ ਸਿਟੀਜ਼ ਹੈਵ ਬੀਨ ਐਕਸਕੇਵੇਟਡ। ਕਹਿੰਦੇ ਇਹ ਜਿਹੜੀ ਖੁਦਾਈ ਹੋਈ ਆ ਇਹਨਾਂ ਮੇਨ ਸ਼ਹਿਰਾਂ ਦੀ ਹੋਈ ਆ, ਕਿਹੜੇ ਕਿਹੜੇ, ਮਹਿੰਜੋਦੜੋ, ਹਰੱਪਾ, ਲੋਥਲ, ਕਾਲੀਬੰਗਾ। ਨੈਕਸਟ ਹੈ the towns of Indus Valley civilization were very well planned, had an elaborate draining system and had ਪੱਕਾ ਹਾਊਸਸ। ਕਹਿੰਦੇ ਦੇਖੋ ਫਿਰ ਜਿਹੜੇ ਇੱਥੋਂ ਦੀ ਜਿਹੜੀ ਸੀ ਨਗਰ ਯੋਜਨਾ ਉਹ ਪੂਰੇ ਯੋਜਨਾਬੰਦ ਤਰੀਕੇ ਨਾਲ ਬਣੇ ਹੋਏ ਸੀਗੇ। ਕਿਵੇਂ ਬਣੇ ਹੋਏ ਸੀਗੇ, ਜਿਹੜੇ ਸਿਵਲਾਈਜੇਸ਼ਨ ਸੀ ਉਹ ਪੂਰੀ ਤਰ੍ਹਾਂ ਵੈਲ ਪਲੈਨਡ ਵਸੀ ਹੋਈ ਸੀਗੀ, ਠੀਕ ਆ, ਨਗਰ ਯੋਜਨਾ ਵਧੀਆ ਸੀ। ਜਿਹੜੀਆਂ ਨਾਲੀਆਂ ਸੀ ਉਹ ਕਿਵੇਂ ਸੀਗੀਆਂ ਕਿ ਪੂਰੀ ਤਰ੍ਹਾਂ ਕਵਰ ਸੀਗੀਆਂ, ਐਂਡ ਘਰ ਜਿਹੜੇ ਸੀ ਉਹ ਪੱਕੇ ਸੀਗੇ। ਅੱਗੇ ਕੰਟੀਨਿਊ ਕਰਦੇ ਹਾਂ। ਗ੍ਰੇਨਰੀਜ਼ ਐਂਡ ਦਾ ਗ੍ਰੇਟ ਬਾਥ ਇਨ ਹੜੱਪਾ ਆਰ ਦਾ ਮੋਸਟ ਇੰਪੋਰਟੈਂਟ ਬਿਲਡਿੰਗ। ਦੇਖੋ ਕਈ ਵਾਰ ਪੁੱਛ ਲੈਂਦਾ ਕਿ ਹੜੱਪਾ ਦੀਆਂ ਦੋ ਮਹੱਤਵਪੂਰਨ ਜਿਹੜੀਆਂ ਬਿਲਡਿੰਗਸ ਨੇ ਉਹ ਕਿਹੜੀਆਂ ਇਮਾਰਤਾਂ ਸੀਗੀਆਂ। ਇੱਕ ਤਾਂ ਜਿਹੜਾ ਸੀਗਾ ਅੰਨ ਘਰ ਸੀਗਾ, ਹੈ ਨਾ, ਅੰਨ ਘਰ ਗ੍ਰੇਨਰੀਜ਼, ਅਤੇ ਦੂਜਾ ਸੀਗਾ ਗ੍ਰੇਟ ਬਾਥ ਜਿਹੜਾ ਹੜੱਪਾ ਦਾ ਵਿਸ਼ਾਲ ਜਿਹੜਾ ਸੀ ਇਸ਼ਨਾਨ ਘਰ ਸੀਗਾ। ਇਹ ਜਿਹੜੀ ਹੜੱਪਾ ਸੱਭਿਅਤਾ ਦੇ ਜਿਹੜੇ ਹੈਗੇ ਆ ਮੋਸਟ ਇੰਪੋਰਟੈਂਟ ਸਥਾਨ ਸੀਗੇ। ਮੈਨ ਐਂਡ ਵੂਮੈਨ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਪਰ ਫੌਂਡ ਆਫ ਔਰਨਾਮੈਂਟਸ ਐਂਡ ਫੈਸ਼ਨ। ਅਤੇ ਉਹ ਜਿਹੜੇ ਲੋਕ ਸੀਗੇ ਕਿਹੜੀਆਂ ਚੀਜ਼ਾਂ ਨੂੰ ਪਿਆਰ ਕਰਦੇ ਸੀਗੇ, ਕਿਹੜੀਆਂ ਚੀਜ਼ਾਂ ਦੇ ਸ਼ੌਕੀਨ ਸੀਗੇ। ਫੌਂਡ ਹੁੰਦਾ ਕਿਸੇ ਚੀਜ਼ ਦੇ ਸ਼ੌਕੀਨ ਹੋਣਾ, ਗਹਿਣੇ ਅਤੇ ਫੈਸ਼ਨ ਦੇ। ਮੈਨ ਐਂਡ ਵੂਮੈਨ ਦੋਨੋਂ ਸੀਗੇ। ਦਾ ਇੰਡਸ ਵੈਲੀ ਸਿਵਲਾਈਜੇਸ਼ਨ ਪੀਪਲ ਹੈਡ ਕਮਰਸ਼ੀਅਲ ਰਿਲੇਸ਼ਨਸ ਵਿਦ ਦਾ ਕੰਟਰੀ ਐਂਡ ਫੋਰਨ ਕੰਟਰੀਜ਼ ਲਾਈਕ ਮੈਸਾਪਟੋਮੀਆ ਵਰਗੀ ਜਿਹੜੀ ਕੰਟਰੀ ਸੀ ਉਹਦੇ ਨਾਲ ਕਹਿੰਦੇ ਉਹਨਾਂ ਦੇ ਵਪਾਰਕ ਸੰਬੰਧ ਸੀਗੇ ਹੜੱਪਾ ਲੋਕਾਂ ਦੇ। ਦਾ ਪੀਪਲ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਵਰਸ਼ਿਪਡ ਮਦਰ ਗੋਡੈਸ ਜਿਹੜੀ ਸੀ ਮਾਤਾ ਦੇਵੀ ਸੀ ਉਹਦੀ ਪੂਜਾ ਕਰਦੇ ਸੀਗੇ। ਦਾ ਇੰਡਸ ਵੈਲੀ ਸਿਵਲਾਈਜੇਸ਼ਨ ਡਿਕਲਾਈਨਡ ਇਨ ਅਬਾਊਟ 1500 BC। ਅਤੇ ਜਿਹੜੀ ਇਹ ਸੱਭਿਅਤਾ ਸੀ, ਮਹਾਨ ਸੱਭਿਅਤਾ ਸੀ, ਇਹਦਾ ਅੰਤ ਹੋ ਗਿਆ ਕਦੋਂ, 1500 ਈਸਵੀ ਪੂਰਬ ਦੇ ਲਗਭਗ। ਹਾਂਜੀ, ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਟੌਪਿਕ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓਜ਼। ਥੈਂਕ ਯੂ।